हेलो फ्रेंड्स, सोशियोलॉजी क्लासेस इन पंजाबी चैनल ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਨੈਕਸਟ ਕਨਸੈਪਟ ਜਿਹੜਾ ਡਿਸਕਸ ਕਰਾਂਗੇ ਨੇਚਰ ਆਫ ਸੋਸ਼ੀਓਲॉजी। ਇਸ ਤੋਂ ਪਹਿਲਾਂ ਅਸੀਂ ਮੀਨਿੰਗ ਆਫ ਸੋਸ਼ੀਓਲॉजी, ਡੈਫੀਨੇਸ਼ਨ ਆਫ ਸੋਸ਼ੀਓਲॉजी ਜਿਹੜਾ ਲਾਸਟ ਵੀਡੀਓ ਦੇ ਵਿੱਚ ਕਵਰ ਕਰ ਚੁੱਕੇ ਹਾਂ। ਅੱਜ ਜਿਹੜਾ ਅਸੀਂ ਗੱਲ ਕਰਾਂਗੇ ਨੇਚਰ ਆਫ ਸੋਸ਼ੀਓਲॉजी, ਸਮਾਜ ਵਿਗਿਆਨ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ। ਜਦੋਂ ਅਸੀਂ ਸੋਸ਼ੀਓਲॉजी ਦੀ ਗੱਲ ਕਰਦੇ ਹਾਂ ਤਾਂ ਸਾਨੂੰ ਸਮਝ ਆ ਜਾਂਦਾ ਕਿ ਸਮਾਜ ਵਿਗਿਆਨ ਦੇ ਰਾਹੀਂ, ਸੋਸ਼ੀਓਲॉजी ਦੇ ਰਾਹੀਂ ਅਸੀਂ ਸਮਾਜ ਨੂੰ ਸਮਝਦੇ ਹਾਂ। ਸਮਾਜ ਦੇ ਵਿੱਚ ਅਸੀਂ ਜਿਹੜੇ ਸਮਾਜਿਕ ਸੰਸਥਾਵਾਂ ਨੇ, ਸਮਾਜਿਕ ਸੰਬੰਧ ਨੇ, ਸਮਾਜਿਕ ਅੰਦਰ ਕਿਰਿਆ ਹੈਗੀ ਆ, ਇਹ ਸਾਰਾ ਅਸੀਂ ਸਮਝਦੇ ਹਾਂ ਜਿਹੜਾ ਸੋਸ਼ੀਓਲॉजी ਦੇ ਰਾਹੀਂ, ਸਮਾਜ ਵਿਗਿਆਨ ਦੇ ਰਾਹੀਂ। ਹੁਣ ਨੇਚਰ ਕਿਸ ਤਰ੍ਹਾਂ ਦਾ ਹੈਗਾ ਸੋਸ਼ੀਓਲॉजी ਦਾ। ਜਦੋਂ ਅਸੀਂ ਸੋਸ਼ੀਓਲॉजी ਦੀ ਗੱਲ ਕਰਦੇ ਹਾਂ ਤਾਂ ਇਹ ਸਬਜੈਕਟ ਦੀਆਂ ਵੀ ਆਪਣੀਆਂ ਕੁਝ ਫੀਚਰਸ ਹੈਗੀਆਂ ਨੇਗੀਆਂ ਜਿਹੜੀਆਂ ਕਿ ਬਾਕੀ ਸਬਜੈਕਟ ਨਾਲੋਂ ਇਸ ਨੂੰ ਵੱਖਰਾ ਕਰਦੀਆਂ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਦੇ ਹਾਂ ਕਿ ਇਹ ਸਮਾਜ ਨੂੰ ਇੱਕ ਸਾਇੰਟੀਫਿਕ ਤਰੀਕੇ ਨਾਲ, ਇੱਕ ਲੌਜਿਕ ਦੇ ਨਾਲ ਜਿਹੜਾ ਹੈਗਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਦਾ ਜਦੋਂ ਅਸੀਂ ਨੇਚਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਸੋਸ਼ੀਓਲॉजी ਜਿਹੜਾ ਸਬਜੈਕਟ ਹੈਗਾ ਇਹ ਇੱਕ ਇੰਡੀਪੈਂਡੈਂਟ ਸਾਇੰਸ ਹੈ। ਸਮਾਜ ਵਿਗਿਆਨ ਇੱਕ ਸੁਤੰਤਰ ਵਿਗਿਆਨ ਹੈ। ਸਮਾਜ ਵਿਗਿਆਨ ਇੱਕ ਸੁਤੰਤਰ ਵਿਗਿਆਨ ਕਿਵੇਂ ਹੈ? ਸਮਾਜ ਵਿਗਿਆਨ ਜਦੋਂ ਅਸੀਂ ਸਮਾਜ ਦੀ ਸਟੱਡੀ ਕਰਦੇ ਹਾਂ, ਸਮਾਜ ਵਿਗਿਆਨ ਦੀ ਰਾਹੀਂ ਅਸੀਂ ਸਮਾਜ ਨੂੰ ਸਮਝਦੇ ਹਾਂ ਤਾਂ ਉਸ ਦੇ ਵਿੱਚ ਸਾਨੂੰ ਕਿਸੇ ਹੋਰ ਜਿਹੜੇ ਸਮਾਜਿਕ ਵਿਗਿਆਨ ਹੈਗੇ ਨੇ, ਕਿਸੇ ਹੋਰ ਵਿਗਿਆਨ ਦੀ ਹੈਲਪ ਨਹੀਂ ਲੈਣੀ ਪੈਂਦੀ। ਇੱਥੇ ਅਸੀਂ ਸਮਾਜ ਵਿਗਿਆਨ ਦੀ ਸਹਾਇਤਾ ਨਾਲ ਹੀ ਸਮਾਜ ਨੂੰ ਸਮਝਦੇ ਹਾਂ। ਜਿਵੇਂ ਹੋਰ ਬਹੁਤ ਸਾਰੇ ਸਬਜੈਕਟ ਇੰਡੀਪੈਂਡੈਂਟ ਹੈਗੇ ਨੇ। ਹਿਸਟਰੀ ਜਿਹੜੀ ਹੈਗੀ ਹੈ ਹਿਸਟੋਰੀਕਲ ਇਵੈਂਟਸ ਦੀ ਗੱਲ ਕਰਦਾ ਹੈ। ਇਤਿਹਾਸ ਜਿਹੜਾ ਹੈਗਾ ਉਹ ਇਤਿਹਾਸਿਕ ਘਟਨਾਵਾਂ ਬਾਰੇ ਦੱਸਦਾ ਹੈ। ਪੋਲੀਟੀਕਲ ਸਾਇੰਸ ਸਾਨੂੰ ਰਾਜਨੀਤੀ ਬਾਰੇ ਦੱਸਦੀ ਹੈ। ਉਸੇ ਤਰ੍ਹਾਂ ਸਮਾਜ ਵਿਗਿਆਨ ਸਾਨੂੰ ਸਮਾਜ ਦੇ ਬਾਰੇ ਦੱਸਦਾ ਹੈ। ਫਿਰ ਅਸੀਂ ਦੇਖਦੇ ਹਾਂ ਕਿ ਸੋਸ਼ੀਓਲॉजी ਜਿਹੜੀ ਹੈਗੀ ਆ ਉਹ ਇੱਕ ਸੋਸ਼ਲ ਸਾਇੰਸ ਹੈ, ਨਾ ਕਿ ਫਿਜ਼ੀਕਲ ਸਾਇੰਸ। ਸਮਾਜ ਵਿਗਿਆਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸੋਸ਼ਲ ਸਾਇੰਸ ਦੀ ਗੱਲ ਕਰਦੇ ਹਾਂ ਤਾਂ ਸਮਾਜ ਵਿਗਿਆਨ ਸੋਸ਼ਲ ਸਾਇੰਸ ਦੇ ਅੰਡਰ ਇੱਕ ਬ੍ਰਾਂਚ ਹੈਗੀ ਹੈ। ਇਸ ਨੂੰ ਸੋਸ਼ਲ ਸਾਇੰਸਿਸ ਦੀ ਬ੍ਰਾਂਚ ਕਿਹਾ ਜਾਂਦਾ ਹੈ। ਸਮਾਜ ਵਿਗਿਆਨ ਸਮਾਜਿਕ ਜਿਹੜੇ ਵਿਗਿਆਨ ਹੈਗੇ ਨੇ ਉਸ ਦੇ ਅਧੀਨ ਆਉਂਦਾ ਹੈ। ਸਮਾਜ ਵਿਗਿਆਨ ਦੇ ਰਾਹੀਂ ਅਸੀਂ ਸਮਾਜ ਦੇ ਵਿੱਚ ਜਿਹੜੇ ਛੋਟੇ ਛੋਟੇ ਯੂਨਿਟ ਹੈਗੇ ਨੇ ਜਿਨ੍ਹਾਂ ਤੋਂ ਸਮਾਜ ਬਣਦਾ, ਜਿਵੇਂ ਕਿ ਫੈਮਿਲੀ ਹੈ, ਪਰਿਵਾਰ ਹੈ, ਸਮਾਜਿਕ ਗਰੁੱਪ ਨੇ, ਅਤੇ ਉਸ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ, ਸੋਸ਼ਲ ਗਰੁੱਪ ਹੈਗੇ ਨੇ, ਉਹਨਾਂ ਦੇ ਸੋਸ਼ਲ ਬਿਹੇਵੀਅਰ ਹੈਗਾ, ਸੋਸ਼ਲ ਐਕਟੀਵਿਟੀਜ਼ ਹੈਗੀਆਂ ਨੇ ਉਹਨਾਂ ਦੀਆਂ, ਸਮਾਜਿਕ ਵਤੀਰਾ ਕਿਸ ਤਰ੍ਹਾਂ ਦਾ ਹੈ, ਸਮਾਜਿਕ ਗਤੀਵਿਧੀਆਂ ਕਿਸ ਤਰ੍ਹਾਂ ਦੀਆਂ ਨੇ, ਸਮਾਜਿਕ ਲਾਈਫ ਕਿਸ ਤਰ੍ਹਾਂ ਦੀ ਹੈ, ਇਹ ਸਭ ਨੂੰ ਸਮਝਣ ਦੇ ਲਈ ਅਸੀਂ ਸਮਾਜ ਵਿਗਿਆਨ ਦੀ ਹੈਲਪ ਲੈਂਦੇ ਹਾਂ। ਇਸ ਤਰ੍ਹਾਂ ਜਦੋਂ ਅਸੀਂ ਦੇਖਦੇ ਹਾਂ ਕਿ ਸਮਾਜ ਵਿਗਿਆਨ ਜਿਹੜਾ ਹੈਗਾ ਇੱਕ ਸਮਾਜਿਕ ਵਿਗਿਆਨ ਹੈ, ਨਾ ਕਿ ਫਿਜ਼ੀਕਲ ਵਿਗਿਆਨ, ਜਿਸ ਦੇ ਵਿੱਚ ਅਸੀਂ ਜੇ ਨਾ ਤਾਂ ਅਸੀਂ ਫਿਜ਼ਿਕਸ ਦੀ ਗੱਲ ਕਰਦੇ ਹਾਂ, ਨਾ ਕੈਮਿਸਟਰੀ ਦੀ ਗੱਲ ਕਰ ਰਹੇ ਹਾਂ। ਜਿਸ ਤਰ੍ਹਾਂ ਉਹ ਇੱਕ ਜਿਹੜੇ ਸਾਇੰਸ ਹੈਗੇ ਨੇ, ਫਿਜ਼ੀਕਲ ਸਾਇੰਸ ਹੈਗੇ ਨੇ, ਸਮਾਜ ਵਿਗਿਆਨ ਉਸ ਤਰ੍ਹਾਂ ਦਾ ਵਿਗਿਆਨ ਨਹੀਂ ਹੈਗਾ। ਸਮਾਜ ਵਿਗਿਆਨ ਜਿਹੜਾ ਹੈਗਾ ਇੱਕ ਸਮਾਜ ਵਿਗਿਆਨ ਇੱਕ ਪਿਓਰ ਸਾਇੰਸ ਹੈ। ਸੋਸ਼ੀਓਲॉजी ਇਜ਼ ਅ ਪਿਓਰ ਸਾਇੰਸ, ਨਾਟ ਅਪਲਾਈਡ ਸਾਇੰਸ। ਜਦੋਂ ਅਸੀਂ ਦੇਖਦੇ ਹਾਂ ਕਿ ਸਮਾਜ ਵਿਗਿਆਨ ਜਿਹੜਾ ਹੈਗਾ ਇਹ ਇੱਕ ਪਿਓਰ ਸਾਇੰਸ ਹੈ, ਇਹ ਇੱਕ ਅਪਲਾਈਡ ਸਾਇੰਸ ਨਹੀਂ ਹੈਗਾ, ਤਾਂ ਅਸੀਂ ਦੇਖਦੇ ਹਾਂ ਕਿ ਪਿਓਰ ਸਾਇੰਸ ਕਿਸ ਨੂੰ ਕਿਹਾ ਜਾਂਦਾ। ਪਿਓਰ ਸਾਇੰਸ ਜਿਸ ਦੇ ਕੋਲ ਆਪਣੀ ਨੌਲੇਜ ਹੈਗੀ ਹੈ ਅਤੇ ਉਸ ਨੌਲੇਜ ਨੂੰ ਉਹ ਆਪ ਜਿਹੜਾ ਹੈਗਾ ਵਰਤ ਸਕਦਾ ਹੈ, ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਇੱਕ ਪਿਓਰ ਸਾਇੰਸ ਹੈ। ਇਸ ਤਰ੍ਹਾਂ ਸੋਸ਼ੀਓਲॉजी ਸਬਜੈਕਟ ਜਿਹੜਾ ਹੈਗਾ ਇਸ ਦੇ ਕੋਲ ਆਪਣੀ ਨੌਲੇਜ ਹੈਗੀ, ਆਪਣੀ ਥਿਊਰੀਜ਼ ਹੈਗੀਆਂ ਨੇਗੀਆਂ, ਅਤੇ ਜਿਸ ਨੂੰ ਉਹ ਵਰਤ ਸਕਦਾ। ਕਿੱਥੇ ਵਰਤ ਸਕਦਾ? ਉਹ ਆਪਣੇ ਫੀਲਡ ਦੇ ਵਿੱਚ ਜਾ ਕੇ ਵਰਤ ਸਕਦਾ। ਰਿਸਰਚ ਫੀਲਡ ਹੈਗਾ ਜਿੱਥੇ ਕਿ ਉਹ ਆਪਣੀ ਥਿਊਰੀਜ਼ ਨੂੰ ਇੰਪਲੀਮੈਂਟ ਕਰਦਾ ਹੈ। ਇਸ ਤਰ੍ਹਾਂ ਜਿਹੜਾ ਰਿਸਰਚ ਏਰੀਆ ਹੈਗਾ, ਰਿਸਰਚ ਫੀਲਡ ਹੈਗਾ, ਉਹ ਸੁਸਾਇਟੀ ਹੈਗੀ ਆ। ਲੈਬੋਰਟਰੀ ਜਿਹੜੀ ਹੈਗੀ ਹੈ ਸੋਸ਼ੀਓਲॉजी ਦੇ ਲਈ ਉਹ ਅਸੀਂ ਸੁਸਾਇਟੀ ਨੂੰ ਮੰਨਦੇ ਹਾਂ। ਲੈਬੋਰਟਰੀ ਜਿਹੜੀ ਅਸੀਂ ਸਮਝਦੇ ਹਾਂ ਉਹ ਅਸੀਂ ਸੁਸਾਇਟੀ ਨੂੰ ਸਮਝਦੇ ਹਾਂ। ਜਿੰਨੇ ਵੀ ਸਾਇੰਟਿਸਟ ਹੈਗੇ ਨੇ, ਸੋਸ਼ੀਓਲੋਜਿਸਟ ਹੈਗੇ ਨੇ, ਉਹ ਫੀਲਡ ਦੇ ਵਿੱਚ ਜਾ ਕੇ ਆਪਣੀ ਰਿਸਰਚ ਕਰਦੇ ਨੇ, ਆਪਣੀ ਜਿਹੜੀ ਥਿਊਰੀ ਹੈਗੀ ਉਹਨੂੰ ਇੰਪਲੀਮੈਂਟ ਕਰਦੇ ਨੇ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੋਸ਼ੀਓਲॉजी ਦੇ ਕੋਲ ਆਪਣੇ ਰਿਸਰਚ ਮੈਥਡ ਵੀ ਹੈਗੇ ਨੇ, ਥਿਊਰੀਜ਼ ਵੀ ਹੈਗੀਆਂ ਨੇ। ਇਸ ਕਰਕੇ ਇਹ ਇੱਕ ਅਪਲਾਈਡ ਸਾਇੰਸ ਨਹੀਂ ਹੈਗੀ, ਇਹ ਇੱਕ ਪਿਓਰ ਸਾਇੰਸ ਹੈਗੀ ਹੈ।
ਸੋਸ਼ੀਓਲੋਜੀ ਜਿਹੜਾ ਹੈਗਾ ਇਹ ਇੱਕ ਅਬਸਟਰੈਕਟ ਸਾਇੰਸ ਹੈ, ਕੰਕਰੀਟ ਸਾਇੰਸ ਨਹੀਂ ਹੈਗੀ। ਅਬਸਟਰੈਕਟ ਸਾਇੰਸ ਦਾ ਮਤਲਬ ਹੈਗਾ ਹੈ ਕਿ ਇਹ ਇੱਕ ਕਾਲਪਨਿਕ ਸਾਇੰਸ ਹੈਗੀ ਆ, ਕਿਉਂਕਿ ਇਹਦਾ ਸਬਜੈਕਟ ਮੈਟਰ ਹੀ ਇਹੋ ਜਿਹਾ ਜਿਸ ਦੇ ਵਿੱਚ ਅਸੀਂ ਨੋਰਮਸ, ਵੈਲਿਊਜ਼, ਸੋਸ਼ਲ ਰਿਲੇਸ਼ਨਸ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ ਉਸ ਦੇ ਬਾਰੇ ਗੱਲ ਕਰ ਰਹੇ ਹਾਂ। ਇਹ ਟਾਈਮ ਟੂ ਟਾਈਮ ਇਹਦੇ ਵਿੱਚ ਚੇਂਜਿਸ ਆਉਂਦੀਆਂ ਰਹਿੰਦੀਆਂ ਨੇਗੀਆਂ, ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਅਬਸਟਰੈਕਟ ਸਾਇੰਸ ਹੈ, ਨਾ ਕਿ ਕੰਕਰੀਟ ਸਾਇੰਸ ਹੈਗੀ ਹੈ। ਕਿਉਂਕਿ ਅਸੀਂ ਫੈਮਿਲੀ ਨੂੰ ਸਟੱਡੀ ਕਰ ਰਹੇ ਹਾਂ, ਸੋਸਾਇਟੀ ਦੇ ਵਿੱਚ ਸੋਸ਼ਲ ਗਰੁੱਪ ਨੂੰ ਸਟੱਡੀ ਕਰ ਰਹੇ ਹਾਂ, ਸੋਸ਼ਲ ਰਿਲੇਸ਼ਨ ਨੂੰ ਸਟੱਡੀ ਕਰ ਰਹੇ ਹਾਂ, ਨੋਰਮਸ, ਵੈਲਿਊਜ਼ ਨੂੰ ਸਟੱਡੀ ਕਰ ਰਹੇ ਹਾਂ, ਸੋਸ਼ਲ ਇੰਟਰੈਕਸ਼ਨ ਨੂੰ ਸਟੱਡੀ ਕਰਦੇ ਹਾਂ। ਇਹ ਜਿਹੜੇ ਅਸਪੈਕਟ ਹੈਗੇ ਨੇ ਇਹਨਾਂ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਜਿਹੜੇ ਹੈਗੇ ਨੇ ਉਹਨਾਂ ਨੂੰ ਸਮ ਟਾਈਮ ਅਸੀਂ ਕਈ ਇਹੋ ਜਿਹੀ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਫੀਲ ਕਰ ਸਕਦੇ ਹਾਂ, ਦੇਖ ਨਹੀਂ ਸਕਦੇ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸੋਸ਼ੀਓਲੋਜੀ ਜਿਹੜੀ ਹੈਗੀ ਹੈ ਇੱਕ ਅਬਸਟਰੈਕਟ ਸਾਇੰਸ ਹੈ। ਨੈਕਸਟ ਅਸੀਂ ਦੇਖਦੇ ਹਾਂ ਸੋਸ਼ੀਓਲੋਜੀ ਦੇ ਰਾਹੀਂ ਅਸੀਂ ਜਦੋਂ ਸਟੱਡੀ ਕਰਦੇ ਹਾਂ, ਸਮਾਜ ਨੂੰ ਸਮਝਣ ਦੀ ਗੱਲ ਕਰਦੇ ਹਾਂ, ਤਾਂ ਅਸੀਂ ਇਹ ਦੇਖਦੇ ਹਾਂ ਕਿ ਸੋਸ਼ੀਓਲੋਜੀ ਇਜ਼ ਏ ਜਰਨਲਾਈਜ਼ਿੰਗ, ਨਾਟ ਐਨ ਇੰਡੀਵਿਜੂਅਲਾਈਜ਼ਿੰਗ ਸਾਇੰਸ। ਇਹ ਇੱਥੇ ਜਦੋਂ ਅਸੀਂ ਦੇਖਦੇ ਹਾਂ ਕਿ ਸੋਸ਼ੀਓਲੋਜੀ ਜਿਹੜੀ ਹੈ ਕਿ ਜਰਨਲ ਜਿਹੜੀ ਗੱਲ ਕਰਦੀ ਹੈ, ਜਰਨਲਾਈਜ਼ਿੰਗ ਕਰਦੀ ਹੈ, ਅਤੇ ਇਹ ਕਿਸੇ ਇੰਡੀਵਿਜੂਅਲ ਨੂੰ ਲੈ ਕੇ ਜਿਹੜਾ ਹੈਗਾ ਕਿਸੇ ਇੰਡੀਵਿਜੂਅਲ ਦੀ ਸਾਇੰਸ ਨਹੀਂ ਹੈਗੀ, ਇਹ ਆਮ ਸਧਾਰਨ ਸਭ ਦੀ ਜਿਹੜੀ ਹੈਗੀ ਆ ਸਭ ਦਾ ਵਿਗਿਆਨ ਹੈਗਾ। ਕਿਉਂਕਿ ਅਸੀਂ ਜਦੋਂ ਸਮਾਜ ਵਿਗਿਆਨ ਦੇ ਰਾਹੀਂ ਸਮਾਜ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਹਿਊਮਨ ਇੰਟਰੈਕਸ਼ਨ ਅਤੇ ਜਿਹੜੇ ਜਰਨਲ ਲਾਅ ਹੈਗੇ ਨੇ, ਹਿਊਮਨ ਇੰਟਰੈਕਸ਼ਨ ਹੈਗੀ ਹੈ, ਸੋਸ਼ਲ ਇੰਟਰੈਕਸ਼ਨ ਹੈਗੀ ਹੈ, ਐਸੋਸੀਏਸ਼ਨਸ ਹੈਗੀਆਂ ਨੇਗੀਆਂ, ਉਹਨਾਂ ਸਭ ਦਾ ਨੇਚਰ ਕੀ ਹੈ, ਉਹਨਾਂ ਦੇ ਕੰਟੈਂਟ ਕੀ ਨੇ, ਸਟਰਕਚਰ ਕੀ ਹੈ, ਹਿਊਮਨ ਗਰੁੱਪ ਕੀ ਨੇ, ਠੀਕ ਹੈ, ਜਿਹੜੇ ਸੋਸਾਇਟੀਜ਼ ਕੀ ਨੇਗੀਆਂ, ਇਹ ਸਭ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਇਹ ਇੱਥੇ ਅਸੀਂ ਕਿਸੇ ਸਪੈਸੀਫਿਕ ਸੋਸਾਇਟੀ ਨੂੰ ਜਾਂ ਸਪੈਸੀਫਿਕ ਗਰੁੱਪ ਨੂੰ ਜਾਂ ਸਪੈਸੀਫਿਕ ਇੰਡੀਵਿਜੂਅਲ ਨੂੰ ਲੈ ਕੇ ਗੱਲ ਨਹੀਂ ਕਰਦੇ, ਅਸੀਂ ਇੱਥੇ ਜਰਨਲ ਗੱਲ ਕਰਦੇ ਹਾਂ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸੋਸ਼ੀਓਲੋਜੀ ਜਿਹੜੀ ਹੈਗੀ ਇਹ ਜਰਨਲ ਸਾਇੰਸ ਹੈਗੀ ਹੈ, ਨਾ ਕਿ ਕਿਸੇ ਇੰਡੀਵਿਜੂਅਲ ਦੀ ਸਾਇੰਸ ਹੈਗੀ ਹੈ। ਇਸ ਤੋਂ ਇਲਾਵਾ ਅਸੀਂ ਜਰਨਲ ਸਾਇੰਸ ਦੀ ਗੱਲ ਕਰਦੇ ਹਾਂ, ਇੱਕ ਸਪੈਸ਼ਲ ਸਾਇੰਸ ਨਹੀਂ ਹੈਗੀ, ਜਰਨਲ ਸਾਇੰਸ ਹੈ, ਕਿਉਂਕਿ ਜਦੋਂ ਇਹ ਆਮ ਸਭ ਦੀ ਗੱਲ ਕਰ ਰਹੀ ਹੈ ਕਿਸੇ ਸਪੈਸੀਫਿਕ, ਜਦੋਂ ਅਸੀਂ ਸੋਸ਼ੀਓਲੋਜੀ ਦੇ ਰਾਹੀਂ ਦੇਖਦੇ ਹਾਂ ਕਿ ਸਮਾਜ ਵਿਗਿਆਨ ਦੁਆਰਾ ਜਰਨਲ ਜਿਹੜੀ ਗੱਲ ਕੀਤੀ ਜਾਂਦੀ ਹੈ, ਕਿਸੇ ਸਪੈਸੀਫਿਕ ਪਰਸਨ ਦੀ ਗੱਲ ਨਹੀਂ ਕੀਤੀ ਜਾਂਦੀ, ਸਪੈਸੀਫਿਕ ਗਰੁੱਪ ਦੀ ਗੱਲ ਨਹੀਂ ਕੀਤੀ ਜਾਂਦੀ, ਸਪੈਸੀਫਿਕ ਸੋਸਾਇਟੀ ਦੀ ਗੱਲ ਨਹੀਂ ਕੀਤੀ ਜਾਂਦੀ, ਇੱਥੇ ਕਿਸੇ ਇੱਕ ਸਪੈਸ਼ਲ ਕਿਸੇ ਬਾਰੇ ਗੱਲ ਨਹੀਂ ਕੀਤੀ ਜਾਂਦੀ, ਜਰਨਲ ਗੱਲ ਕੀਤੀ ਜਾਂਦੀ ਹੈ। ਜਰਨਲ ਰਿਜ਼ਲਟ ਕੱਢੇ ਜਾਂਦੇ ਨੇ ਜਾਂ ਆਮ ਜਿਹੜੇ ਲੋਕ ਗੱਲ ਕਹਿ ਰਹੇ ਨੇ ਉਸ ਨੂੰ ਮੰਨਿਆ ਜਾਂਦਾ, ਨਾ ਕਿ ਕਿਸੇ ਇੱਕ ਦੇ ਕਹਿਣ 'ਤੇ ਕਿਸੇ ਗੱਲ ਨੂੰ ਰਿਜ਼ਲਟ ਮੰਨ ਲਿਆ ਜਾਂਦਾ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਹ ਇੱਕ ਜਰਨਲ ਸਾਇੰਸ ਹੈ, ਨਾ ਕਿ ਸਪੈਸੀਫਿਕ ਜਾਂ ਇੰਡੀਵਿਜੂਅਲ ਸਾਇੰਸ ਹੈ। ਇਸ ਤੋਂ ਇਲਾਵਾ ਅਸੀਂ ਗੱਲ ਕਰਦੇ ਹਾਂ, ਜਦੋਂ ਅਸੀਂ ਨੇਚਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਸੋਸ਼ੀਓਲੋਜੀ ਜਿਹੜੀ ਹੈਗੀ ਹੈ ਰੈਸ਼ਨਲ ਅਤੇ ਇੰਪੀਰੀਕਲ ਸਾਇੰਸ ਹੈ। ਸੋਸ਼ੀਓਲੋਜੀ ਦੇ ਨਾਲ ਅਸੀਂ ਦੇਖਦੇ ਹਾਂ ਕਿ ਅਸੀਂ ਜਦੋਂ ਵੀ ਸੋਸਾਇਟੀ ਨੂੰ ਸਮਝਣ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਅਸੀਂ ਉੱਥੇ ਜਿਹੜੀ ਅਪਰੋਚ ਹੈਗੀ ਹੈ, ਸਾਇੰਟੀਫਿਕ ਨੌਲੇਜ ਹੈਗੀ ਹੈ, ਉਸ ਦੇ ਨਾਲ ਅਸੀਂ ਜਿਹੜੀ ਸਮਾਜ ਨੂੰ ਸਮਝਦੇ ਹਾਂ। ਇੱਥੇ ਅਸੀਂ ਸਮਾਜ ਨੂੰ ਸਮਝਣ ਦੇ ਲਈ ਸਾਇੰਟੀਫਿਕ ਮੈਥਡ ਦੀ ਵਰਤੋਂ ਕਰਦੇ ਹਾਂ, ਸਾਇੰਟੀਫਿਕ ਜਿਹੜੀ ਐਕਸਪੈਰੀਮੈਂਟ ਕਰਦੇ ਹਾਂ, ਓਬਜ਼ਰਵੇਸ਼ਨ ਕਰਦੇ ਹਾਂ, ਇਹ ਸਾਰੇ ਜਿਹੜੇ ਸਾਇੰਟੀਫਿਕ ਮੈਥਡ ਨੇ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਵਿਗਿਆਨ ਜਿਹੜਾ ਹੈਗਾ ਇਹ ਇੱਕ ਰੈਸ਼ਨਲ ਅਤੇ ਇੰਪੀਰੀਕਲ ਸਾਇੰਸ ਹੈ, ਕਿਉਂਕਿ ਇੱਥੇ ਅਸੀਂ ਜਾ ਕੇ ਐਕਸਪੈਰੀਮੈਂਟ ਵੀ ਕਰ ਸਕਦੇ ਹਾਂ, ਇੱਥੇ ਅਸੀਂ ਲੌਜੀਕਲੀ ਆਨਸਰ ਵੀ ਦੇ ਸਕਦੇ ਹਾਂ, ਇੱਥੇ ਅਸੀਂ ਥੀਰੀਜ਼ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਇੰਪਲੀਮੈਂਟ ਕਰਕੇ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੋਸ਼ੀਓਲੋਜੀ ਜਿਹੜੀ ਹੈਗੀ ਹੈ ਇਹ ਇੱਕ ਇੰਪੀਰੀਕਲ ਅਤੇ ਰੈਸ਼ਨਲ ਸਾਇੰਸ ਹੈਗੀ ਹੈ। ਇਹ ਤਾਂ ਨੇਚਰ ਆਫ ਸੋਸ਼ੀਓਲੋਜੀ ਦੀ ਗੱਲ ਕੀਤੀ ਅਸੀਂ। ਨੈਕਸਟ ਲੈਕਚਰ ਦੇ ਵਿੱਚ ਅਸੀਂ ਗੱਲ ਕਰਾਂਗੇ ਸਕੋਪ ਆਫ ਸੋਸ਼ੀਓਲੋਜੀ। ਸਕੋਪ ਕੀ ਹੈ ਸੋਸ਼ੀਓਲੋਜੀ ਦਾ। ਹਾਂਜੀ, ਲੈਕਚਰ ਨੂੰ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜਾ ਜੋ ਵੀ ਅਪਡੇਟ ਹੋਵੇ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਪਲੀਜ਼ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੇ ਹੈਗੇ ਅਸੀਂ ਇਸ ਇਸ 'ਤੇ ਹੋਰ ਜ਼ਿਆਦਾ ਲੈਕਚਰ ਅਪਲੋਡ ਕਰ ਸਕੀਏ। ਥੈਂਕ ਯੂ। ਕਿਉਂਕਿ ਜਦੋਂ ਤੁਸੀਂ ਸ਼ੇਅਰ ਕਰਦੇ ਹੋ, ਸੁਣਦੇ ਹੋ ਅਤੇ ਮੋਟੀਵੇਸ਼ਨ ਮਿਲਦੀ ਹੈ ਕਿ ਕਿਸੇ ਦੀ ਹੈਲਪ ਹੋ ਰਹੀ ਹੈ। ਥੈਂਕ ਯੂ ਜੀ।